ਵਾਹਿਗੁਰੂ ਸਾਹਿਬ ਜੀ। ਆਪੀਨੈ ਆਪ ਸਾਜਿਓ, ਆਪੀ ਨ ਰਚਿਓ ਨਾਉ। ਦੁਈ ਕੁਦਰਤ ਸਾਜੀਐ, ਕਰ ਆਸਣ ਡਿਠੋ ਚਾਓ। ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ। ਤੂੰ ਜਾਣੋਈ ਸਭ ਸੈ, ਤੂੰ ਜਾਣੋਈ ਸਭ ਸੈ। ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਬੋਲ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਆਪਾਂ ਸਾਰਿਆਂ ਨੇ ਜੁੜ ਮਿਲ ਸਾਂਝਾ ਪਾਈਆਂ ਨੇ। ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਹਰ ਰੋਜ਼ ਆਪਾਂ ਜੋ ਪਾਵਨ ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਜੁੜਨ ਦਾ ਯਤਨ ਕਰਦੇ ਹਾਂ। ਆਓ ਕੋਸ਼ਿਸ਼ ਕਰੀਏ ਮਾਲਕ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਤੋਂ ਕੁਝ ਸਿੱਖਣ ਦਾ ਯਤਨ ਕਰੀਏ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰਸਤੇ ਦੇ ਪਾਂਧੀ ਬਣਨ ਦਾ ਯਤਨ ਕਰੀਏ, ਕਿਉਂਕਿ ਰਸਤੇ ਤੇ ਤੁਰਨ ਦਾ ਮਤਲਬ ਇਹ ਹੁੰਦਾ ਵੀ ਜੋ ਗੁਰੂ ਨਾਨਕ ਸਾਹਿਬ ਸਾਨੂੰ ਰਾਹ ਤੇ ਤੋਰ ਕੇ ਗਏ ਆ ਉਸ ਰਸਤੇ ਤੇ ਤੁਰਨਾ। ਤੇ ਤੁਰਨ ਦਾ ਮਤਲਬ ਹੁੰਦਾ ਜੋ ਗੱਲ ਕਹੀ ਗਈ ਹੈ ਉਹਨੂੰ ਮੰਨ ਲੈਣਾ ਸੱਤ ਕਰਕੇ। ਇਹ ਹੁੰਦਾ ਹੈ ਰਸਤੇ ਤੇ ਤੁਰਨਾ, ਉਸ ਪੰਧ ਤੇ ਤੁਰਨਾ। ਸਵਾਓ ਕੋਸ਼ਿਸ਼ ਕਰੋ ਦਾਤਾ ਰਹਿਮਤ ਕਰੇ ਪਾਵਨ ਗੁਰਬਾਣੀ ਨੂੰ ਆਧਾਰ ਬਣਾ ਕੇ ਅੱਜ ਦੀਆਂ ਪਾਵਨ ਵਿਚਾਰਾਂ ਦੇ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਪਾਵਨ ਵਿਚਾਰਾਂ ਆਰੰਭਣ ਤੋਂ ਪਹਿਲਾਂ ਸਾਰੇ ਆਪਾਂ ਰਲ ਮਿਲ ਗੁਰਦਰਬਾਰ ਦੀ ਮਰਿਆਦਾ ਨਿਭਾ ਲਈਏ। ਭਾਈ ਜਿੰਨੀਆਂ ਸੰਗਤਾਂ ਜੁੜ ਮਿਲ ਬੈਠੀਆਂ ਨੇ ਲਵਾਓ ਜੀ ਹਾਜ਼ਰੀ। ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹਿ ਜਾਵੇ। ਇੱਕੇ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਨਾ ਇਹ ਬੜੇ ਸੌਖੇ ਤਰੀਕੇ ਦੇ ਨਾਲ ਵੀ ਗੱਲ ਦੱਸੀ ਗਈ ਹੈ ਤੇ ਬੜੇ ਭਰਪੂਰ ਜ਼ੋਰ ਦੇ ਕੇ ਵੀ ਇਹ ਗੱਲ ਦੱਸੀ ਗਈ ਹੈ ਵੀ ਜਿਹੜਾ ਮਾਲਕ ਪਰਮਾਤਮਾ ਹੈ ਨਾ ਉਹਦੇ ਬਰਾਬਰ ਹੋਰ ਕੋਈ ਦੂਜੀ ਸ਼ਕਤੀ ਨਹੀਂ ਹੈ। ਉਹ ਇੱਕੋ ਇੱਕ ਹੈ ਜਿਹੜਾ ਪਹਿਲੇ ਸਮੇਂ ਤੋਂ ਇੱਥੇ ਵਸ ਰਿਹਾ ਹੈ, ਲੰਬੇਰੇ ਸਮੇਂ ਤੋਂ ਵਸ ਰਿਹਾ ਹੈ ਤੇ ਰਹਿੰਦੀ ਦੁਨੀਆ ਤੱਕ ਉਹ ਨਹੀਂ ਵਸ। ਭਾਵੇਂ ਦੁਨੀਆ ਕੁਦਰਤ ਨਸ਼ਟ ਹੋ ਜਾਵੇ ਪਰ ਉਹ ਤਾਂ ਵੀ ਹੈ। ਜਿਵੇਂ ਆਪਾਂ ਬੋਲ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਦਿ ਸੱਚ
ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਵੀ ਉਹ ਮਾਲਕ ਹੈ ਜਿਹੜਾ ਸਦੀਵੀ ਰਹਿਣ ਵਾਲਾ ਹੈ, ਹਮੇਸ਼ਾ ਉਹ ਰਹਿਣ ਵਾਲਾ ਹੈ, ਤੇ ਨਾ ਹੀ ਉਹ ਕਦੇ ਨਸ਼ਟ ਹੋ ਸਕਦਾ ਹੈ ਤੇ ਨਾ ਹੀ ਕਦੇ ਉਸ ਨੂੰ ਨਾਸ਼ ਕੀਤਾ ਜਾ ਸਕਦਾ। ਆਪਾਂ ਸਤਿਗੁਰ ਦੀ ਪਾਵਨ ਗੁਰਬਾਣੀ ਦੇ ਵਿੱਚੋਂ ਆਸਾ ਕੀ ਵਾਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜਿਹੜੀ ਪਾਵਨ ਬਾਣੀ ਹੈ, ਉਹਦੀ ਇੱਕ ਪੌੜੀ ਦਾ ਪਾਠ ਸ਼ਰਵਣ ਕੀਤਾ ਮੰਗਲ ਰੂਪ ਦੇ ਵਿੱਚ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਪੀਨੈ ਆਪ ਸਾਜਿਓ, ਆਪੀਨੈ ਰਚਿਓ ਨਾਉ। ਸਤਿਗੁਰੂ ਨੇ ਪਹਿਲੀ ਬਖਸ਼ਿਸ਼ ਕੀਤੀ ਹੈ ਆਪੀਨੈ। ਆਪੀਨੈ ਮਤਲਬ ਹੁੰਦਾ ਹੈ ਆਪ ਹੀ ਨੇ, ਭਾਵ ਆਪਣੇ ਆਪ। ਮਾਲਕ ਪਰਮਾਤਮਾ ਜੀ, ਅਕਾਲ ਪੁਰਖ ਪਰਮਾਤਮਾ ਜੀ ਨੇ ਆਪਣੇ ਆਪ ਨੂੰ ਸਾਜਿਆ ਹੈ। ਮਤਲਬ ਇਹ ਹੈ ਵੀ ਉਹ ਆਪਣੇ ਆਪ ਦੇ ਵਿੱਚ ਪੈਦਾ ਹੋਇਆ ਹੈ। ਆਪੀ ਨਾ ਰਚਿਓ ਨਾਉ, ਆਪਦਾ ਹੀ ਉਹਨੇ ਨਾਮ ਨਾ ਬਣਾਇਆ, ਮਤਲਬ ਨਾਮ ਬਣਾਇਆ। ਨਾਮ ਦਾ ਮਤਲਬ ਇਹ ਹੈ ਵੀ ਉਹਦੀ ਹੋਂਦ, ਉਹਦੀ ਸ਼ਕਤੀ। ਪਰਮਾਤਮਾ ਜੀ ਆਪਣੇ ਆਪ ਤੋਂ ਹੀ ਖੁਦ ਪੈਦਾ ਹੋਏ ਨੇ ਤੇ ਆਪ ਹੀ ਉਹਨਾਂ ਨੇ ਨਾਮ ਨਾ ਖੱਟਿਆ। ਜਿਵੇਂ ਤੁਸੀਂ ਵੇਖੋ ਪਾਵਨ ਗੁਰਬਾਣੀ ਦਾ ਆਪਾਂ ਬੋਲ ਪੜ੍ਹਦੇ ਹਾਂ, ਪਰਮਾਤਮਾ ਜੀ ਆਪਣੇ ਆਪ ਤੋਂ ਪੈਦਾ ਹੋਏ ਆ, ਕਿਸੇ ਨੇ ਕੋਈ ਯੋਗਦਾਨ ਨਹੀਂ ਪਾਇਆ ਰੱਬ ਨੂੰ ਪੈਦਾ ਕਰਨ ਦੇ ਲਈ। ਤੇ ਦੂਸਰੀ ਬੇਨਤੀ ਹੈ ਵੀ ਪਰਮਾਤਮਾ ਅਜੂਨੀ ਹੈ, ਉਹ ਕਦੇ ਵੀ ਬੰਦੇ ਵਾਂਗੂ ਜੂਨਾਂ ਵਿੱਚ ਨਹੀਂ ਆਉਂਦਾ। ਪਰਮਾਤਮਾ ਅਜੂਨੀ ਹੈ, ਗੁਰੂ ਨਾਨਕ ਸਾਹਿਬ ਦੀ ਪਾਵਨ ਬੋਲ ਨੇ ਅਜੂਨੀ। ਪਰਮਾਤਮਾ ਨਾ ਤਾਂ ਜੂਨਾਂ ਵਿੱਚ ਆਉਂਦਾ ਹੈ ਤੇ ਨਾ ਹੀ ਕਿਸੇ ਰੂਪ ਰੇਖ ਦੇ ਵਿੱਚ ਆਉਂਦਾ ਹੈ, ਨਾ ਕਿਸੇ ਆਕਾਰ ਦੇ ਵਿੱਚ ਆਉਂਦਾ ਹੈ। ਨਾ ਤਾਂ ਉਹਦਾ ਕੋਈ ਆਕਾਰ ਹੈ, ਨਾ ਕੋਈ ਉਹਦਾ ਵੱਖਰਾ ਰੂਪ ਹੈ, ਨਾ ਕੋਈ ਉਹਦਾ ਵੱਖਰਾ ਦੇਸ਼ ਹੈ, ਤੇ ਨਾ ਹੀ ਉਹਦਾ ਕੋਈ ਮਾਂ ਬਾਪ ਹੈ ਉਹਨੂੰ ਕੋਈ ਪੈਦਾ ਕਰਨੇ। ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ। ਬਾਕੀ ਸਾਰੀ ਦੁਨੀਆ ਭੰਡ ਮਤਲਬ ਔਰਤ ਤੋਂ ਪੈਦਾ ਹੋਈ ਹੈ, ਪਰ ਸਤਿਗੁਰੂ ਕਹਿੰਦੇ ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ। ਇੱਕੋ ਇੱਕ ਮਾਲਕ ਹੈ ਜਿਹੜਾ ਇਸ ਚੀਜ਼ ਤੋਂ ਬਾਹਰ ਹੈ। ਸਤਿਗੁਰੂ ਕਹਿੰਦੇ ਆਪੀ ਨਾ ਰਚਿਓ ਨਾਉ, ਆਪਣਾ ਨਾਮ ਨਾ ਆਪਣੇ ਆਪ ਉਹਨੇ ਖੱਟਿਆ ਆਪਣੇ ਆਪ। ਭਾਵ ਅਰਥ ਇਹ ਹੈ ਵੀ ਪਰਮਾਤਮਾ ਜੀ ਕਿਸੇ ਦੀ ਸਿਫਤ ਸਲਾਹ ਸੁਣਨ, ਮਤਲਬ ਕਿ ਕੋਈ ਮੇਰੀ ਸਿਫਤ ਸਲਾਹ ਕਰੇ, ਰੱਬ ਇਸ ਚੀਜ਼ ਦਾ ਭੁੱਖਾ ਨਹੀਂ ਹੈ, ਆਪਣੀ ਵਡਿਆਈ ਦਾ ਭੁੱਖਾ ਨਹੀਂ ਹੈ। ਜੇ ਆਪਾਂ ਪਾਵਨ ਗੁਰਬਾਣੀ ਵਿੱਚੋਂ ਬੋਲ ਪੜ੍ਹਦੇ ਹਾਂ ਨਾ, ਵੀ ਕੋਈ ਉਹਨੂੰ ਵੱਡਾ ਕਹਿ ਜਾਵੇ, ਕੋਈ ਉਹਨੂੰ ਛੋਟਾ ਕਹਿ ਜਾਵੇ, ਉਹਨੂੰ ਫਰਕ ਨਹੀਂ ਪੈਂਦਾ। ਵੱਡਾ ਦਾਤਾ ਤਿਲ ਨਾ ਤਮਾਏ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਕੋਈ ਉਹਨੂੰ ਵੱਡਾ ਕਹੀ ਜਾਵੋ, ਉਹਨੂੰ ਕੋਈ ਛੋਟਾ ਕਹੀ ਜਾਵੇ। ਜੇ ਆਪਾਂ ਕਹਿੰਦੇ ਵੀ ਰੱਬ ਐਵੇਂ ਦਾ ਚੰਗਾ ਨਹੀਂ ਹੈ, ਉਹਨੂੰ ਕੋਈ ਫਰਕ ਨਹੀਂ ਪੈਣ ਲੱਗਿਆ। ਤੇ ਜੇ ਅਸੀਂ ਕਹੀ ਜਾਈਏ ਰੱਬ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਸਾਡੀ ਵਡਿਆਈ ਦਾ ਵੀ ਉਹ ਭੁੱਖਾ ਨਹੀਂ ਹੈ ਵੀ ਤੂੰ ਕਰੇ, ਹੋ ਸਕਦਾ ਤੇਰੇ ਤੇ ਜ਼ਿਆਦਾ ਖੁਸ਼ ਹੋਵੇ। ਇਹਨਾਂ ਚੀਜ਼ਾਂ ਦਾ ਵੀ ਫਰਕ ਨਹੀਂ ਪੈਂਦਾ ਰੱਬ ਨੂੰ। ਉਹ ਆਪਣੇ ਆਪ ਵਿੱਚ ਵੱਡਾ ਹੈ, ਉਹ ਆਪਣੇ ਆਪ ਦੇ ਵਿੱਚ ਹੀ ਵੱਡਾ ਏ। ਉਹ ਕਿਸੇ ਬੰਦੇ ਦੀ ਵਡਿਆਈ ਦਾ ਭੁੱਖਾ ਨਹੀਂ ਹੈ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੋਈ ਕੁਦਰਤ ਸਾਜੀ ਹੈ। ਹੁਣ ਦੂਜੇ ਨੰਬਰ ਤੇ ਜਿਹੜੀ ਸਤਿਗੁਰ ਨੇ ਗੱਲ ਆਖੀ, ਦੋਈ ਕੁਦਰਤ। ਦੂਜੇ ਥਾਂ ਤੇ ਪਹਿਲਾਂ ਆਪਣੇ ਆਪ ਨੂੰ ਮਾਲਕ ਨੇ ਪੈਦਾ ਕੀਤਾ, ਫਿਰ ਦੂਜੇ ਨੰਬਰ ਤੇ ਦੋਈ ਕੁਦਰਤ ਸਾਜੀ ਹੈ। ਕੁਦਰਤ ਭਾਵ ਸ੍ਰਿਸ਼ਟੀ, ਆ ਦੁਨੀਆ ਪੈਦਾ ਕੀਤੀ ਮਾਲਕ ਜੀ ਨੇ, ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ, ਨਾਲ ਇਹ ਵੀ ਮਾਲਕ ਜੀ ਨੇ ਕਿਰਪਾ ਕਰ ਦਿੱਤੀ। ਸਤਿਗੁਰੂ ਨਾਨਕ ਸਾਹਿਬ ਨੇ ਸਮਝਾਇਆ ਏ, ਦੱਸਿਆ ਹੈ ਵੀ ਉਹ ਪ੍ਰਮਾਤਮਾ ਖੁਦ ਬਣਾ ਕੇ ਵਿੱਚ ਹੀ ਵਸ ਗਿਆ, ਦੁਨੀਆ ਨੂੰ ਬਣਾ ਕੇ ਵਿੱਚ ਹੀ ਵਸ ਗਿਆ। ਦੋਈ ਕੁਦਰਤ ਸਾਜੀ ਹੈ। ਕਰ ਆਸਣ ਡਿੱਠੋ ਚਾਓ, ਆਸਣ ਦਾ ਮਤਲਬ ਇਹ ਹੁੰਦਾ ਵੀ ਬੈਠ ਗਿਆ, ਵਿੱਚ ਟਿਕਾ ਹੋ ਗਿਆ ਉਹਦਾ।
ਡਿੱਠੋ ਚਾਓ। ਤੇ ਆ ਸਾਰੇ ਖੇਲ ਤਮਾਸ਼ੇ ਨੂੰ ਆਪ ਹੀ ਵੇਖ ਰਿਹਾ, ਆਪ ਹੀ ਪੈਦਾ ਕੀਤਾ ਹੈ ਤੇ ਆਪ ਹੀ ਵੇਖ ਰਿਹਾ, ਵਿੱਚ ਹੀ ਸਮਾਇਆ ਹੈ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਸਾਰੀ ਖਲਕਤ ਹੈ, ਸ੍ਰਿਸ਼ਟੀ ਹੈ ਜਿਹੜੀ, ਉਹਦਾ ਹੀ ਵਾਸ ਹੈ, ਉਹਨੇ ਬਣਾਇਆ ਹੈ ਤੇ ਉਹੀ ਵਿੱਚ ਇਹਦੇ ਵੱਸਦਾ ਹੈ। ਭਾਵ ਇਹ ਹੈ ਉਹਨੂੰ ਅਹਿਸਾਸ ਦੇ ਰੂਪ ਵਿੱਚ ਵੇਖਣਾ ਵੀ ਕਿਵੇਂ ਵੱਸਦਾ ਹੈ। ਗੁਣਾ ਸਰੂਪ ਅੰਦਰ ਵੱਸਦਾ, ਇੱਥੇ ਨਿਜ਼ਮ ਉਹਦਾ ਨਿਜ਼ਮ ਫੈਲਿਆ ਹੋਇਆ ਕੁਦਰਤ ਦੇ ਵਿੱਚ, ਤੇ ਉਹ ਨਿਜ਼ਮਾਂ ਵਿੱਚ ਵੱਸਦਾ ਆਪਣੇ। ਹੁਣ ਜਿਹੜੀ ਆਪਾਂ ਗੱਲ ਕਰਨੀ ਚਾਹੁੰਦੇ ਹਾਂ, ਤੁਸੀਂ ਵੇਖੋ ਪਾਵਨ ਗੁਰਬਾਣੀ ਨੂੰ ਆਧਾਰ ਬਣਾਇਆ ਅਸੀਂ, ਕਿਉਂਕਿ ਹਮੇਸ਼ਾ ਗੁਰਬਾਣੀ ਦੇ ਪੱਖ ਤੋਂ ਹੀ ਆਪਾਂ ਗੱਲ ਕਰਦੇ ਹੁੰਦੇ ਹਾਂ। ਤੇ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਦੇ ਇਹ ਬੋਲ ਸਾਂਝੇ ਕਰਦੇ ਆ, ਤੁਸੀਂ ਵੇਖੋ ਇੱਕੋ ਮਾਲਕ ਦੀ ਵਡਿਆਈ ਹੋਈ ਹੈ, ਕੋਈ ਨਿੰਦਿਆ ਤਾਂ ਨਹੀਂ ਹੋਈ ਰੱਬ ਦੀ, ਇੱਕੋ ਦੀ ਵਡਿਆਈ ਹੋਈ ਹੈ, ਇੱਕੋ ਦੀ ਉਸਤਤ ਹੋਈ ਹੈ। ਤੇ ਇੱਕ ਦੇ ਨਾਲ ਜੁੜਨ ਦੇ ਲਈ ਹੀ ਸਤਿਗੁਰੂ ਸਾਨੂੰ ਮੰਨ ਲਓ ਵੀ ਹਲੂਣਾ ਦਿੰਦੇ ਨੇ ਵੀ ਇੱਕ ਦੇ ਨਾਲ ਜੁੜ ਜਾਈਏ। ਹੁਣ ਦੂਸਰੀ ਬੇਨਤੀ ਖਾਸ ਕਰਕੇ ਜਿਹੜੀ ਆਪਾਂ ਅੱਜ ਦੇ ਦਿਨ 'ਤੇ ਗੱਲ ਕਰਨੀ ਹੈ, ਦੋਈ ਕੁਦਰਤ ਸਾਜੀ ਹੈ ਕਰਾਸਣ ਡਿੱਠੋ ਚਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਮੋਹਰ ਹੈ ਇਸ ਗੱਲ 'ਤੇ ਵੀ ਦੁਨੀਆ ਨੂੰ ਬਣਾਉਣ ਵਾਲਾ ਪਰਮਾਤਮਾ ਖੁਦ ਹੈ, ਉਹ ਮਾਲਕ ਹੈ। ਤੇ ਫਿਰ ਤੁਸੀਂ ਵੇਖੋ ਇੱਕ ਗੱਲ ਨੂੰ, ਅਸੀਂ ਖਾਸ ਕਰਕੇ ਦੇਖੋ ਕਿਸੇ ਦਾ ਕੋਈ ਦੁੱਖ ਨਹੀਂ ਹੁੰਦਾ ਸਾਨੂੰ, ਗੁੱਸਾ ਗਿਲਾ ਆਪਣਿਆਂ ਦੇ ਨਾਲ ਹੁੰਦਾ ਹੈ, ਰੋਸਾ ਵੀ ਆਪਣਿਆਂ ਨਾਲ ਕੀਤਾ ਜਾਂਦਾ, ਕਿਸੇ ਦੂਜੇ ਦੇ ਲਈ ਨਹੀਂ। ਤੇ ਨਾ ਹੀ ਆਪਾਂ ਕਿਸੇ ਦੂਜੇ ਨੂੰ ਕਹਿ ਸਕਦੇ ਹਾਂ ਕੋਈ ਕਿਵੇਂ ਦਾ ਮਨ ਮਨੌਤ ਕਰੀ ਜਾਵੇ ਕਰੀ ਜਾਵੇ। ਹੁਣ ਜਿਹੜੀ ਸਾਡੇ ਵਿੱਚ ਖਾਸ ਕਰਕੇ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਜਿਹੜੀ ਮਨੌਤ ਹੈ, ਮਤਲਬ ਕਿ ਮੰਨ ਲਓ ਵੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਮੰਨ ਲਓ ਵੀ ਵਿਸ਼ਵਕਰਮਾ ਹੋ ਗਿਆ, ਜਾਂ ਇੱਦਾਂ ਵੀ ਹਥਿਆਰ ਮਸ਼ੀਨਰੀ ਬਣਾਉਣ ਵਾਲਾ ਵਿਸ਼ਵਕਰਮਾ ਹੋ ਗਿਆ। ਮਤਲਬ ਇੱਕ ਗੱਲ ਨੂੰ ਸਮਝੋ, ਜਾਂ ਤਾਂ ਅਸੀਂ ਗੁਰੂ ਨਾਨਕ ਸਾਹਿਬ ਦੀ ਸੁਣੀਏ, ਜਾਂ ਅਸੀਂ ਇਹੋ ਜਿਹੇ ਮਿਥਿਹਾਸ ਨੂੰ ਸੁਣੀਏ ਵੀ ਜਿਹਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ ਸਾਡੇ ਨਾਲ, ਜਿਸ ਚੀਜ਼ ਦਾ ਸਾਡੇ ਨਾਲ ਕੋਈ ਸੰਬੰਧ ਹੀ ਨਹੀਂ ਹੈ। ਅਸੀਂ ਉਹਨਾਂ ਗੱਲਾਂ ਦੇ ਪਿੱਛੇ ਖਚਿਤ ਹੋ ਕੇ ਉਹਨਾਂ ਮਨੌਤਾਂ ਨੂੰ ਮੰਨਦੇ ਹਾਂ ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ, ਜੋ ਸਿਰਫ ਤੇ ਸਿਰਫ ਮਿਥਿਹਾਸ ਹੈ, ਜੋ ਸਿਰਫ ਇੱਦਾਂ ਦੀਆਂ ਗੱਲਾਂ ਬਾਤਾਂ 'ਤੇ ਖੜਾ ਹੋਇਆ। ਤੁਸੀਂ ਪਾਵਨ ਗੁਰਬਾਣੀ ਦਾ ਬੋਲ ਸਮਝਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਸਿਰਠੀ ਮਤਲਬ ਸ੍ਰਿਸ਼ਟੀ, ਜਾ ਕਰਤਾ, ਕਰਤਾ ਮਤਲਬ ਬਣਾਉਣ ਵਾਲਾ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਉਹਨੂੰ ਪਤਾ ਹੈ ਸ੍ਰਿਸ਼ਟੀ ਕਦੋਂ ਬਣਾਈ ਹੈ ਤੇ ਉਹੀ ਹੀ ਜਾਣਦਾ, ਕੋਈ ਦੂਜਾ ਦੱਸ ਹੀ ਨਹੀਂ ਸਕਦਾ। ਤਾਂ ਹੀ ਤਾਂ ਪਾਵਨ ਗੁਰਬਾਣੀ ਦਾ ਬੋਲ ਸਮਝਿਓ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੜੇ ਵਿਸਥਾਰ ਰੂਪ ਵਿੱਚ ਗੱਲ ਕਰਦੇ ਨੇ। ਕਹਿੰਦੇ ਕਵਣ ਸਿਰੁੱਤੀ ਮਤਲਬ ਰੁੱਤ, ਜਿਵੇਂ ਆਪਾਂ ਕਹਿ ਦੇਣਾ ਵੀ ਰੱਬ ਕਦੋਂ ਦੁਨੀਆ ਕਦੋਂ ਬਣਾਈ, ਉਹਨੇ ਕਦੋਂ ਪੈਦਾ ਕੀਤੀ ਹੈ, ਕਦੋਂ ਕੁਛ ਹੋਇਆ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਹੈ। ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁੱਤੀ ਮਹਾ ਕਵਣ ਜਿਤ ਹੋਆ ਆਕਾਰ। ਕਿਹੜਾ ਉਹ ਵੇਲਾ ਹੈ, ਕਿਹੜਾ ਵਕਤ ਹੈ, ਕਿਹੜੀ ਥਿਤ ਹੈ, ਕਿਹੜਾ ਵਾਰ ਹੈ, ਕਿਹੜੀ ਰੁੱਤ ਹੈ, ਕਿਹੜਾ ਮਹੀਨਾ ਹੈ ਜਦੋਂ ਇਹ ਆਕਾਰ ਬਣਾਇਆ ਗਿਆ। ਤੇ ਸਤਿਗੁਰੂ ਕਹਿੰਦੇ ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੈ ਕੁਰਾਨ। ਨਾ ਇੱਥੇ ਪੰਡਤ ਪਤਾ ਕਰ ਸਕੇ ਵੀ ਕਿਹੜਾ ਟਾਈਮ ਹੈ, ਨਾ ਇੱਥੇ ਮੌਲਵੀ ਕਾਜੀ ਪਤਾ ਕਰ ਸਕੇ ਵੀ ਕਿਹੜੀ ਥਿੱਤ ਕਿਹੜਾ ਵਾਰ ਸੀ। ਸਤਿਗੁਰੂ ਕਹਿੰਦੇ ਥਿੱਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਜਿਹੜੇ ਨੇ ਬਣਾਈ ਹੈ, ਗੱਲ ਆਪਾਂ ਜਿੱਥੇ ਕਰਨੀ ਚਾਹੁੰਦੇ ਹਾਂ ਵੀ ਜਿਹੜਾ ਮਾਲਕ ਖੁਦ ਬਣਾਉਣ ਵਾਲਾ ਹੈ, ਖੁਦ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਤੇ ਅਸੀਂ ਮਤਲਬ ਕਿ ਜਿੱਥੋਂ ਤੱਕ ਸਾਡੀ ਸੋਚ ਦਾ ਦਿਵਾਲਾ ਨਿਕਲਿਆ, ਅਸੀਂ ਕਿੰਨੇ ਹੀ ਫਿੱਟ ਕਰ ਦਿੱਤੇ ਬੰਦੇ ਵੀ ਆਹ ਬਣਾਉਣ ਵਾਲਾ ਹੋ ਗਿਆ, ਆਹ ਸ੍ਰਿਸ਼ਟੀ ਦਾ ਕਰਤਾ ਹੋ ਗਿਆ, ਆਹ ਸ੍ਰਿਸ਼ਟੀ ਨੂੰ ਪਾਲਣ ਵਾਲਾ ਹੋ ਗਿਆ, ਆਹ ਬੰਦਿਆਂ ਨੂੰ ਮਾਰਨ ਵਾਲਾ ਹੋ ਗਿਆ। ਮਤਲਬ ਅਨੇਕਾਂ ਹੀ, ਕੋਈ ਕਿਸੇ ਨੇ ਮੰਨ ਲਓ ਵੀ ਬ੍ਰਹਮਾ ਬਣਾਤਾ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਵਿਸ਼ਨੂੰ ਬਣਾਤਾ ਪਾਲਣ ਵਾਲਾ, ਮੰਨ ਲਓ ਸ਼ਿਵ ਬਣਾਤਾ ਕਹਿੰਦੇ ਜੀ ਇਹ ਪ੍ਰਾਣ ਖਿੱਚ ਲੈਂਦਾ, ਵਿਸ਼ਵਕਰਮਾ ਇਹ ਵੀ ਬਣਾਤਾ ਨਾਲ ਹੀ ਕਹਿੰਦੇ ਵੀ ਇਹ ਵੀ ਵਿਸ਼ਵ ਦਾ ਕਰਮਾ ਹੀ ਹੈ, ਕਹਿੰਦੇ ਕਰਤਾ ਇਹ ਵੀ।
ਤੁਸੀਂ ਵੇਖੋ, ਮੰਨ ਲਓ ਵੀ ਸਾਡੀ ਸੋਚ ਦਾ ਦਿਵਾਲਾ ਨਿਕਲਿਆ, ਜਿਨ੍ਹਾਂ ਚੀਜ਼ਾਂ ਦੇ ਨਾਲ ਸਾਡਾ ਕੋਈ ਸੰਬੰਧ ਹੀ ਨਹੀਂ। ਅਸੀਂ ਸੁਣਨਾ ਗੁਰੂ ਨਾਨਕ ਨੂੰ ਹੈ, ਗੁਰੂ ਨਾਨਕ ਦੇ ਵਿਚਾਰ ਨੂੰ ਸਮਝਣਾ ਹੈ, ਤੇ ਸਾਡਾ ਤਾਂ ਫਿਰ ਕਿਸੇ ਦੂਜੇ ਨਾਲ ਹੋਰ ਕੋਈ ਸੰਬੰਧ ਹੀ ਨਹੀਂ ਨਾ ਰਹਿ ਚੁੱਕਾ। ਕਾਰਨ ਪ੍ਰਭ ਏਕ ਹੈ, ਦੂਜਾ ਨਾਹੀ ਕੋਈ, ਸਰਬੰ ਸਾਚਾ ਏਕ ਹੈ, ਦੂਸਰ ਨਾਹੀ ਕੋਈ। ਮਤਲਬ ਇੱਕੋ ਇੱਕ ਪਰਮਾਤਮਾ ਹੈ, ਉਹ ਬਣਾਉਣ ਵਾਲਾ ਹੈ। ਜਾਂ ਇੱਦਾਂ ਮਤਲਬ ਖਾਸ ਕਰਕੇ ਵਿਸ਼ਵਕਰਮਾ ਦੀ ਪੂਜਾ, ਮਤਲਬ ਕਿ ਜਿਹੜੇ ਸਾਡੇ ਜਿਨ੍ਹਾਂ ਨੂੰ ਆਪਾਂ ਪਰਿਵਾਰਾਂ ਵਿੱਚ, ਪਿੰਡਾਂ ਵਿੱਚ ਮਿਸਤਰੀ ਪਰਿਵਾਰ ਕਹਿ ਦਿੰਦੇ ਹਾਂ, ਤਰਖਾਣ ਵੀਰ ਕਹਿ ਦਿੰਦੇ ਹਾਂ, ਮਤਲਬ ਉਹਨਾਂ ਪਰਿਵਾਰਾਂ ਦੇ ਵਿੱਚ ਬਹੁਤਾਤ ਵਿਸ਼ਵਕਰਮਾ ਦੀ ਮਾਨਤਾ ਪੂਜਾ ਹੁੰਦੀ ਹੈ। ਵੀ ਕਿਉਂ? ਕਹਿੰਦੇ ਜੀ ਇਹਨੇ ਮਸ਼ੀਨਰੀ ਬਣਾਈ ਹੈ, ਹਥਿਆਰ ਬਣਾਏ ਨੇ, ਜਿੰਨੇ ਕੰਮ ਕਰਨ ਵਾਲੇ ਸੰਦ ਨੇ ਸਾਰੇ ਬਣਾਏ ਹੋਏ ਨੇ, ਅਤੇ ਕਹਿੰਦੇ ਵੀ ਆਪਾਂ ਤਾਂ ਮਾਨਤਾ ਕਰਦੇ ਹਾਂ, ਵੀ ਪੂਜਾ ਕਰਦੇ ਹਾਂ। ਅੱਛਾ, ਵੀ ਜੇ ਬੰਦਾ ਫਲਾਣਾ ਬਣਾਉਣ ਵਾਲਾ ਹੈ, ਵੱਖਰਾ ਹੋ ਗਿਆ, ਫਿਰ ਰੱਬ ਕਾਹਦੇ ਵਾਸਤੇ ਰੱਖਿਆ ਹੋਇਆ? ਸਿਰਫ ਆਰਡਰ ਕਰਨ ਵਾਸਤੇ ਵੀ ਕੰਮ ਬਾਕੀ ਬੰਦੇ ਕਰਦੇ ਆ, ਵੀ ਆਹ ਰੱਬ ਹੈ ਜਿਹੜਾ, ਇਹ ਸਿਰਫ ਬਿਠਾਇਆ ਹੋਇਆ ਦੇਖਣ ਵਾਸਤੇ। ਉਹਦੇ ਹੱਥ ਵਿੱਚ ਹੀ ਸਾਰੀ ਖੇਡ ਹੈ, ਉਹੀ ਬਣਾਉਣ ਵਾਲਾ ਹੈ। ਅਤੇ ਜਿਹੜਾ ਮਾਲਕ ਖੁਦ ਕਰਤਾ ਪੁਰਖ ਹੈ, ਇੱਕ ਗੱਲ ਨੂੰ ਸਮਝੋ, ਕਰਤੇ ਪੁਰਖ ਦੇ ਗੁਣ ਬਹੁਤ ਵੱਡੇ ਨੇ। ਕਰਤਾ ਪੁਰਖ, ਕਰਤਾ ਮਤਲਬ ਕਰਨ ਵਾਲਾ। ਜਿਹੜਾ ਮਾਲਕ ਤੁਸੀਂ ਵੇਖੋ ਖੁਦ ਕਿਰਤੀ ਹੈ, ਰੱਬ ਖੁਦ ਕਿਰਤੀ ਹੈ। ਸ੍ਰਿਸ਼ਟੀ ਉਹਨੇ ਕਿੰਨੀ ਸੋਹਣੀ ਬਣਾਈ ਹੈ, ਜੀਵ ਬਣਾਇਆ, ਕਿਰਤੀ ਹੈ ਨਾ ਉਹਦੀ, ਉਹ ਬਣਾਉਣ ਵਾਲਾ ਹੀ ਹੈ ਨਾ, ਮਿਹਨਤੀ ਹੈ ਨਾ, ਇਹਦਾ ਮਤਲਬ ਰੱਬ। ਅਤੇ ਸਾਡੇ ਇੱਥੇ ਅੱਜ ਵਿਸ਼ਵਕਰਮਾ ਹੈ ਜੀ, ਫਿਰ ਕਹਿੰਦੇ ਅੱਜ ਛੁੱਟੀ ਹੈ, ਫਿਰ ਕੰਮ ਹੀ ਨਹੀਂ ਕਰਨਾ। ਕਮਾਲ ਹੋ ਗਈ। ਤੁਸੀਂ ਵੇਖੋ, ਤੁਹਾਡੇ ਵੀ ਧੀਆਂ ਪੁੱਤਰ ਵਿਦੇਸ਼ਾਂ ਵਿੱਚ, ਉਹਨਾਂ ਨੂੰ ਪੁੱਛ ਕੇ ਵੇਖੋ ਵਿਸ਼ਵਕਰਮਾ ਮਨਾਉਂਦੇ? ਉਹ ਕਹਿੰਦੇ ਨਾ ਜੀ ਨਾ, ਐਤਵਾਰ ਆ ਜਾਂਦਾ, ਰੈਸਟ ਕਰਨੀ ਪੈ ਜਾਂਦੀ ਹੈ, ਪਰ ਨਹੀਂ, ਦਿਲ ਨਹੀਂ ਕਰਦਾ ਵੀ ਕੰਮ ਤੋਂ ਵਿਹਲੇ ਹੋਈਏ, ਅਸੀਂ ਕੰਮ ਨਹੀਂ ਛੱਡਿਆ ਜਾਂਦਾ। ਇਹ ਖਾਸ ਕਰਕੇ ਮਨੌਤਾਂ ਬਹੁਤੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਚੱਲਦੀਆਂ ਨੇ, ਵਿਹਲੇ ਹੋਣ ਵਾਲੀਆਂ। ਅਤੇ ਮੈਂ ਸੋਚਦਾ ਵੀ ਜੇ ਵਿਸ਼ਵਕਰਮਾ ਮਨਾਉਣਾ ਹੀ ਹੁੰਦਾ, ਵੀ ਫਲਾਣੇ ਦਿਨ ਬਣਾਉਣਾ ਹੈ, ਵੀ ਫਲਾਣਾ ਬਾਬਾ, ਫਲਾਣਾ ਰੱਬ, ਮਤਲਬ ਕਿ ਮਸ਼ੀਨਰੀ ਦਾ, ਆਹ ਹਥਿਆਰਾਂ ਦਾ ਮਤਲਬ ਦੇਵਤੇ, ਵੱਧ ਤੋਂ ਵੱਧ ਕੰਮ ਹੋਣਾ ਚਾਹੀਦਾ ਇਸ ਦਿਨ। ਤਾਂ ਵੀ ਬੜੇ ਚੰਗੇ ਤਰੀਕੇ ਨਾਲ ਮਨਾਇਆ, ਫਿਰ ਤਾਂ ਬਹੁਤ ਸੋਹਣੇ ਤਰੀਕੇ ਨਾਲ। ਇਵੇਂ ਦਾ ਵੀ ਹੋ ਸਕਦਾ ਹੈ, ਪਰ ਦੇਖੋ ਅਸੀਂ ਮਨੌਤਾਂ ਕਿਵੇਂ ਦੀਆਂ ਬਣਾ ਲਈਆਂ। ਦੇਖੋ, ਕੋਈ ਵੱਖਰੀ ਗੱਲ ਹੈ, ਇੱਕ ਢਾਂਚਾ ਵੱਖਰਾ, ਵੀ ਕੋਈ ਰੈਸਟ ਦਾ ਦਿਨ ਹੋਵੇ, ਛੁੱਟੀ ਕਰਨੀ, ਉਹ ਬੰਦੇ ਦੀ ਆਪਣੀ ਮਰਜ਼ੀ ਹੈ। ਪਰ ਧਰਮ ਦੇ ਨਾਂ 'ਤੇ ਜਿਹਦਾ ਕੋਈ ਲੇਖਾ ਹੀ ਨਾ ਹੋਵੇ ਸਾਡੇ ਨਾਲ, ਜਿਹਦੇ ਨਾਲ ਸਾਡਾ ਕੋਈ ਸੰਬੰਧ ਹੀ ਨਾ ਹੋਵੇ, ਅਸੀਂ ਉਹਨਾਂ ਚੀਜ਼ਾਂ ਨੂੰ ਮੰਨਦੇ ਹਾਂ, ਅਣਹੋਈਆਂ ਚੀਜ਼ਾਂ ਦੀ ਮਾਨਤਾ ਕਰਦੇ ਹਾਂ। ਐਵੇਂ ਖੱਜਲ ਖੁਆਰ ਹੋਈ ਜਾਂਦੇ ਹਾਂ, ਫਲਾਣਾ ਦੇਵਤਾ ਹੋ ਗਿਆ ਸਾਡਾ, ਫਲਾਣਾ ਦੇਵਤਾ ਹੋ ਗਿਆ। ਗੁਰਬਾਣੀ ਐਡੀ ਮਹਾਨਤਾ ਦਿੰਦੀ ਹੈ। ਸਤਿਗੁਰੂ ਕਹਿੰਦੇ ਦੇਵਤੇ ਪੂਜਣੇ ਨਹੀਂ ਹੈਗੇ, ਤੁਸੀਂ ਖੁਦ ਦੇਵਤੇ ਬਣਨਾ ਹੈ। ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਐਡੀ ਮਹਾਨਤਾ ਰੱਖਦਾ। ਗੁਰੂ ਇਹ ਨਹੀਂ ਕਹਿੰਦਾ ਦੇਵਤੇ ਪੂਜੋ, ਗੁਰੂ ਖੁਦ ਦੇਵਤੇ ਬਣਾ ਦਿੰਦਾ, ਖੁਦ ਦੇਵਤੇ ਸਾਨੂੰ ਬਣਾ ਦਿੰਦਾ, ਗੁਣਾਂ ਵਾਲੇ, ਦੈਵੀ ਗੁਣਾਂ ਵਾਲੇ ਬਣਾ ਦਿੰਦਾ, ਖੁਦ ਦੇਵਤੇ ਬਣੋ। ਕਿੱਡੀ ਮਹਾਨਤਾ ਹੈ ਗੁਰੂ ਦੇ ਵਿੱਚ। ਅਤੇ ਅਸੀਂ ਗੁਰੂ ਨੂੰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਮੰਨ ਲਓ ਵੀ ਤੁਰੇ ਫਿਰਦੇ ਹਾਂ। ਇਹੋ ਹੀ ਤਾਂ ਵਿਲੱਖਣਤਾ ਸੀ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਇਹੋ ਹੀ ਤਾਂ ਮਾਰਗਦਰਸ਼ਕ ਕੀਤਾ ਉਹਨਾਂ ਨੇ। ਇਹੋ ਹੀ ਆਪਾਂ ਗੱਲ ਸ਼ੁਰੂਆਤ 'ਚ ਕੀਤੀ ਵੀ ਗੁਰੂ ਨਾਨਕ ਸਾਹਿਬ ਦੇ ਪੰਥ ਹੀ ਬਣਨ ਦੇ ਲਈ ਗੁਰੂ ਨਾਨਕ ਦੀ ਗੱਲ ਨੂੰ ਮੰਨਣਾ ਪੈਣਾ ਹੈ, ਉਸ ਰਾਹ 'ਤੇ ਤੁਰਨਾ ਪੈਣਾ। ਅਤੇ ਤੁਸੀਂ ਵੇਖੋ ਬੰਦੇ ਜਿਹੜੇ ਮੰਨ ਲਓ ਵੀ ਸਮਾਜ ਦੇ ਵਿੱਚ ਅਨੇਕਾਂ ਦੇਵੀ ਦੇਵਤੇ, ਅਨੇਕਾਂ ਡਰ ਫੈਲਾ ਕੇ ਲੋਕਾਂ ਨੂੰ ਵੱਖਰੋ ਵੱਖਰੇ ਰੱਬ ਦੇ ਨਾਂ 'ਤੇ ਲੁੱਟਦੇ ਰਹੇ। ਅਤੇ ਜਿੱਦਣ ਗੁਰੂ ਨਾਨਕ ਸਾਹਿਬ ਨੇ ਇੱਕੋ ਦੀ ਗੱਲ ਕਰ ਦਿੱਤੀ ਵੀ ਹੈ ਹੀ ਇੱਕ ਹੈ, ਅਸੀਂ ਕਿਸੇ ਹੋਰ ਨੂੰ ਮੰਨਦੇ ਹੀ ਨਹੀਂ, ਬਾਕੀ ਸਾਰਿਆਂ ਦੇ ਗੁਰੂ ਨਾਨਕ ਸਾਹਿਬ ਨੇ ਜਦੋਂ ਭੋਗ ਪਾ ਦਿੱਤੇ, ਬੰਦੇ ਸੋਚਦੇ ਹੋਣਗੇ ਵੀ ਇਹ ਕਿੱਥੋਂ ਆ ਗਿਆ ਰਾਹ ਦਿਖਾਉਣ ਵਾਲਾ, ਇੱਕ ਦੀ ਗੱਲ ਕਰਨ ਵਾਲਾ, ਕਹਿੰਦਾ ਹੈ ਹੀ ਨਹੀਂ ਕੁਛ, ਇੱਕੋ ਹੀ ਹੈ ਬਸ। ਅਤੇ ਇਹੋ ਹੀ ਸੋਚ ਹੈ ਗੁਰੂ ਨਾਨਕ ਸਾਹਿਬ ਦੀ। ਅਤੇ ਇਹੋ ਹੀ ਆਪਾਂ ਹਰ ਵਾਰੀ ਹਰ ਵਕਤ ਇਹੋ ਹੀ ਤਾਂ ਗੱਲ ਕਰਦੇ ਵੀ ਜੇ ਸਿਰਫ ਅਤੇ ਸਿਰਫ ਗੁਰੂ ਨਾਨਕ ਦੇ ਬਣਨਾ ਚਾਹੁੰਦੇ ਤਾਂ ਰੱਬ ਨੂੰ ਵੀ ਇੱਕ ਹੀ ਮੰਨਣਾ ਪੈਣਾ, ਹੋਰ ਕੋਈ ਦੂਜਾ ਉਹਦੇ ਬਰਾਬਰ ਨਹੀਂ ਹੈ, ਹੋਰ ਕੋਈ ਸ਼ਕਤੀ ਹੈ ਹੀ ਨਹੀਂ ਹੈ। ਇਹ ਦਿਲ ਦੇ ਵਿੱਚੋਂ ਭੇਦ ਕੱਢਣਾ ਪੈਣਾ ਸਾਨੂੰ, ਦਿਲ ਵਿੱਚ ਇਸ ਗੱਲ ਨੂੰ ਡਿਲੀਟ ਕਰਨਾ ਪੈਣਾ ਵੀ ਦੂਜੀ ਕੋਈ ਸ਼ਕਤੀ ਨਹੀਂ ਹੈ ਉਹਦੇ ਬਰਾਬਰ, ਇੱਕੋ ਹੀ ਹੈ ਬਸ, ਇੱਕੋ ਹੀ ਬਸ। ਅਤੇ ਦੂਸਰੀ ਬੇਨਤੀ ਜਿਹੜੀ ਆਪਾਂ ਕਰ ਰਹੇ ਸਾਂ ਖਾਸ ਕਰਕੇ ਵੀ ਅਸੀਂ ਉਹਨਾਂ ਬੰਦਿਆਂ ਨੂੰ ਕਿਉਂ ਮੰਨੀਏ ਜਿਨ੍ਹਾਂ ਦਾ ਸਾਡੇ ਨੂੰ, ਦੇਖੋ ਬਹੁਤਾਤ ਸਿੱਖੀ ਦੇ ਵਿੱਚ ਜਦੋਂ ਆਪਾਂ ਰੌਲਾ ਪਾਉਂਦੇ ਹਾਂ, ਬਹੁਤ ਪਿੰਡਾਂ ਦੇ ਵਿੱਚ ਤੁਸੀਂ ਵੇਖੋਗੇ ਵਿਸ਼ਵਕਰਮਾ ਦੇ ਨਾਂ 'ਤੇ ਗੁਰਦੁਆਰੇ ਬਣੇ ਹੋਏ ਹੈ। ਗੁਰਦੁਆਰੇ ਕੀ ਸੰਬੰਧ ਸੀ ਜੀ ਸਿੱਖੀ ਦਾ ਵਿਸ਼ਵਕਰਮਾ ਦੇ ਨਾਲ?
ਜਾਂ ਵਿਸ਼ਵਕਰਮਾ ਦਾ ਸਿੱਖੀ ਨਾਲ ਕੀ ਸੰਬੰਧ ਹੈ? ਕੋਈ ਗੁਰਬਾਣੀ ਰਚਣ ਵਾਲਾ ਹੈ ਉਹ, ਕੋਈ ਗੁਰੂ ਕਾ ਸਿੱਖ ਹੋਇਆ ਉਹ, ਜਾਂ ਕਿਸੇ ਜੰਗ ਵਿੱਚ ਸ਼ਹੀਦ ਹੋਇਆ ਉਹ। ਮਤਲਬ ਕਿ ਐਵੇਂ ਬਣਾ ਲਿਆ ਬਿਨਾਂ ਗੱਲ ਤੋਂ। ਇਹਨਾਂ ਗੱਲਾਂ ਨੂੰ ਸਮਝਣਾ ਪੈਣਾ ਵੀ ਸਾਨੂੰ ਗੁਰੂ ਨਾਨਕ ਸਾਹਿਬ ਦੇ ਨਾਲੋਂ ਤੋੜਨ ਦੇ ਲਈ ਅਗਲਿਆਂ ਨੇ ਕੀ ਕੁਝ ਕੀਤਾ ਹੈ। ਇਹ ਵਿਪਰੀ ਸੋਚਾਂ ਨਹੀਂ ਸਾਰੀਆਂ, ਵੀ ਸਾਨੂੰ ਕਿੱਥੇ ਲਿਆ ਕੇ ਖੜਾ ਕਰਤਾ। ਜੋ ਸਿੱਖ ਸਿਰਫ ਇੱਕ ਓਂਕਾਰ ਦੀ ਗੱਲ ਕਰੇ, ਇੱਕ ਨਿਰੰਕਾਰ ਦੀ ਗੱਲ ਕਰੇ, ਦੇਵੀ ਦੇਵਤਿਆਂ ਵਿੱਚ ਖੱਜਲ ਖੁਆਰ ਹੋ ਰਿਹਾ ਉਹ। ਅਸੀਂ ਕਿਉਂ ਮੰਨੀਏ? ਮੰਨ ਲਓ ਠੀਕ ਹੈ, ਵੱਖਰੀ ਗੱਲ ਹੈ, ਪਰ ਗੁਰਦੁਆਰੇ ਬਣ ਜਾਣੇ ਉਹਦੇ ਨਾਂ 'ਤੇ ਆਪਣੇ ਆਪ ਦੇ ਵਿੱਚ ਇੱਕ ਵੱਡੀ, ਮੰਨ ਲਓ ਸਾਡੇ ਨਾ ਕਲੰਕ ਹੈ, ਵੱਡੀ ਗੱਲ ਏ। ਕੀ ਸੰਬੰਧ ਹੈ ਸਿੱਖੀ ਦੇ ਨਾਲ ਜੀ ਉਹਨਾਂ ਦਾ? ਮੰਨ ਲਓ ਕਿਸੇ ਸ਼ਹੀਦ ਦੀ ਕਹਿ ਦਈਏ, ਕਿਸੇ ਗੁਰਬਾਣੀ ਰਚੇਤਾ ਦੀ ਵੀ ਬਾਣੀ ਕਿਸੇ ਨੇ ਰਚੀ, ਉਹਦਾ ਗੁਰਦੁਆਰਾ ਬਣਨਾ ਵੱਖਰੀ ਗੱਲ ਹੈ। ਪਰ ਵਿਸ਼ਵਕਰਮਾ ਦਾ ਗੁਰਦੁਆਰਾ ਕਮਾਲ ਹੋ ਗਈ ਵੀ ਨਾ ਉਹਦਾ ਕੋਈ ਗੁਰਬਾਣੀ ਨਾਲ ਸੰਬੰਧ, ਨਾ ਕਿਸੇ ਗੁਰੂ ਦੇ ਨਾਲ ਉਹਦਾ ਸੰਬੰਧ। ਫਿਰ ਤਾਂ ਮੰਨੀ ਗੱਲ ਵੀ ਬਣਨਾ ਵੀ। ਮੰਨ ਲਓ ਵੀ ਸਾਡੀ ਇਹ ਨਾ ਪਤਾ ਕੀ ਹੈ, ਸਾਡੀਆਂ ਆਕੜਾਂ ਦੇ ਵਿੱਚੋਂ, ਸਾਡੀ ਮੰਨ ਲਓ ਵੀ ਆਹ ਭੇਦ ਭਾਵਾਂ ਦੇ ਵਿੱਚੋਂ ਚੀਜ਼ਾਂ ਨਿਕਲੀਆਂ ਹੋਈਆਂ। ਸਾਡੀਆਂ ਚੌਧਰੀਆਂ ਦੇ ਵਿੱਚੋਂ ਗੁਰਦੁਆਰੇ ਨਿਕਲੇ ਆਏ ਆ ਬਰਾਦਰੀਆਂ ਦੇ ਨਾਂ 'ਤੇ, ਵੀ ਸਾਡੀ ਉੱਥੇ ਚੱਲਦੀ ਨਹੀਂ। ਅਸੀਂ ਫਲਾਣੇ ਹੁੰਦੇ ਹਾਂ ਅਤੇ ਅਸੀਂ ਆਪਣਾ ਗੁਰਦੁਆਰਾ ਬਣਾ ਲਾਂਗੇ ਫਿਰ, ਵੀ ਸਾਡੀ ਉੱਥੇ ਚੱਲਦੀ ਨਹੀਂ। ਮੰਨ ਲਓ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਇਸ ਚੀਜ਼ ਦੇ ਪੱਖ ਤੋਂ ਤੋਰੀ ਫਿਰਦੇ ਹਾਂ। ਇਸ ਲਈ ਕੋਸ਼ਿਸ਼ ਕਰੀਏ ਸਿਰਫ ਇੱਕੋ ਗੁਰੂ ਦੀ ਗੱਲ ਕਰੀ। ਬਾਕੀ ਇਤਿਹਾਸ ਦਾ ਪੱਖ ਸਮਝਿਓ ਤੁਸੀਂ ਥੋੜ੍ਹਾ ਜਿਹਾ, ਖਾਸ ਕਰਕੇ ਅਸੀਂ ਨਾ ਜ਼ਿਆਦਾਤਰ ਮਤਲਬ ਕਿ ਜਿਹੜੇ ਗੱਲ ਮੈਂ ਤਰਖਾਣ ਵੀਰਾਂ ਨੂੰ ਹਲੂਣਾ ਦੇ ਕੇ ਕਰਨੀ ਹੈ, ਵੀ ਅਸੀਂ ਆਪਣੇ ਆਪ ਨੂੰ ਕਹਾ ਤਾਂ ਲੈਂਦੇ ਹਾਂ ਰਾਮਗੜੀਆ ਵੀ ਅਸੀਂ ਰਾਮਗੜੀਏ ਹੁੰਦੇ ਹਾਂ, ਪਰ ਪੂਜਣਾ ਅਸੀਂ ਵਿਸ਼ਵਕਰਮਾ। ਇੱਕ ਗੱਲ ਪਤਾ ਵੀ ਤੁਹਾਨੂੰ, ਰਾਮਗੜੀਏ ਲਫ਼ਜ਼ ਜੁੜਿਆ ਕਿੱਥੋਂ ਹੈ ਸਾਡਾ? ਵੀ ਅਸੀਂ ਰਾਮਗੜੀਏ ਹੋ ਗਏ ਹਾਂ, ਅਤੇ ਜੁੜਿਆ ਕਿੱਥੋਂ ਹੈ? ਜਦੋਂ ਸਿੱਖ ਇਤਿਹਾਸ ਦੇ ਵਿੱਚ ਮਿਸਲਾਂ ਬਣੀਆਂ ਨਾ, ਉਹਨਾਂ ਦੇ ਵਿੱਚ ਇੱਕ ਮਿਸਲ ਸੀ ਰਾਮਗੜੀਆ ਮਿਸਲ, ਅਤੇ ਉਹਦੇ ਵਿੱਚ ਅੱਗੇ ਜਾ ਕੇ ਉਸ ਰਾਮਗੜੀਆ ਮਿਸਲ ਦਾ ਆਗੂ ਬਣਦਾ ਜੱਸਾ ਸਿੰਘ ਰਾਮਗੜੀਏ। ਇਤਿਹਾਸ ਵਿੱਚੋਂ ਸਮਝਿਆ ਉਹ ਤਰਖਾਣ ਪਰਿਵਾਰ ਦੇ ਵਿੱਚੋਂ ਸੀ। ਉਹ ਰਾਮਗੜੀਆ ਖਵਾਉਂਦਾ ਸੀ, ਮਤਲਬ ਕਿ ਸਾਰੇ ਬਾਅਦ ਦੇ ਵਿੱਚ ਉਹ ਚੱਲ ਪਿਆ ਵੀ ਹਾਂ ਅਸੀਂ ਰਾਮਗੜੀਏ ਹੋ ਗਏ, ਇੱਥੋਂ ਚੁਲਦਾ। ਅਤੇ ਜੇ ਰਾਮਗੜੀਆ ਖਵਾਉਣਾ ਹੈ ਅਸੀਂ, ਮੰਨ ਲਓ ਵੀ ਆਪਾਂ ਕਿਸੇ ਬਰਾਦਰੀ ਦੇ ਨਾਲ ਨਹੀਂ, ਆਪਾਂ ਸਾਰੇ ਸਿੱਖ ਹਾਂ, ਇਹ ਸਾਡੀਆਂ ਬਣਾਈਆਂ ਨੇ, ਕੋਈ ਸ਼ਿੰਬਾ, ਕੋਈ ਨਾਈ, ਕੋਈ ਰੱਬ, ਇਹ ਚੀਜ਼ਾਂ ਸਾਡੀਆਂ ਬਣਾਈਆਂ ਨੇ। ਗੁਰੂ ਕੇ ਦਰ 'ਤੇ ਗੁਰੂ ਕਾ ਸਿੱਖ ਸਿਰਫ ਇੱਕੋ ਹੀ ਹੈ। ਮੰਨ ਲਓ ਸਾਡੀਆਂ ਬਣੇ, ਜੇ ਚਲੋ ਰਾਮਗੜੀਆ ਖਵਾ ਕੇ ਵੀ ਰਹਿਣਾ ਆ ਅਸੀਂ, ਅਤੇ ਫਿਰ ਜੱਸਾ ਸਿੰਘ ਰਾਮਗੜੀਆ ਨੂੰ ਕਿਉਂ ਨਹੀਂ ਯਾਦ ਕਰ ਲੈਂਦੇ ਅਸੀਂ, ਜਿਨ੍ਹਾਂ ਦੀ ਕੁਝ ਕਰਨੀ ਵੀ ਹੈ ਇਤਿਹਾਸ ਦੇ ਵਿੱਚ। ਮੰਨ ਲਓ ਵੀ ਵੱਡੇ ਮੀਲ ਪੱਥਰ ਦੇ ਤਹਿ 'ਤੇ ਮੰਨ ਲਓ ਵੀ ਉਹ ਪ੍ਰਭਾਵ ਪਾ ਕੇ ਗਏ ਆ ਬੰਦੇ, ਕਿੱਡਾ ਕਿੱਡਾ ਕੰਮ ਕੀਤਾ। ਜੱਸਾ ਸਿੰਘ ਰਾਮਗੜੀਏ ਦਾ ਇਤਿਹਾਸ ਤੁਸੀਂ ਪੜ੍ਹੋ ਕਦੇ, ਕਿੰਨੀਆਂ ਬਹੁ ਬੇਟੀਆਂ ਨੂੰ ਬਚਾਉਣ ਦੇ ਵਿੱਚ ਸਹਿਯੋਗ ਦਿੱਤਾ ਉਹਨਾਂ ਨੇ, ਛੁਡਾ ਕੇ ਲਿਆਂਦਾ, ਕਿੰਨੇ ਘਰ ਵਸਾਏ ਹੈ, ਅਤੇ ਮਤਲਬ ਕਿ ਕਿੰਨੇ ਇੱਥੇ ਹਮਲਾਵਰਾਂ ਦੇ ਮੂੰਹ ਮੋੜੇ ਹੈ ਜੱਸਾ ਸਿੰਘ ਵਰਗਿਆਂ ਨੇ। ਕੌਮ ਨੂੰ ਕਿਵੇਂ ਇੱਕ ਬਰਾਬਰ ਕਰਕੇ ਰੱਖਿਆ। ਔਰੰਗਜ਼ੇਬ ਬਾਦਸ਼ਾਹ ਦਿੱਲੀ ਦੇ ਤਖਤ 'ਤੇ ਬਹਿੰਦਾ ਸੀ ਨਾ, ਜਿਹੜੇ 'ਤੇ ਦਿੱਲੀ ਦੇ ਤਖਤ ਨੂੰ ਜਿੱਥੇ ਬਹਿੰਦਾ ਸੀ, ਉਹਨੂੰ ਪੱਟ ਕੇ ਲਿਆਉਣ ਵਾਲਾ ਜੱਸਾ ਸਿੰਘ ਰਾਮਗੜੀਏ ਸੀ, ਇੱਕ ਤਰਖਾਣ ਵੀਰ ਸੀ। ਪਰ ਸਾਨੂੰ ਮਾਣ ਹੀ ਨਹੀਂ ਹੋਇਆ। ਪਹਿਲੀ ਗੱਲ, ਸਾਨੂੰ ਪਤਾ ਹੀ ਕੋਈ ਨਹੀਂ ਹੈ। ਸਾਨੂੰ ਇਹ ਪਤਾ ਵੀ ਦੀਵਾਲੀ ਤੋਂ ਬਾਅਦ ਵਿਸ਼ਵਕਰਮਾ ਹੁੰਦਾ ਅਤੇ ਛੁੱਟੀ ਹੁੰਦੀ ਹੈ, ਉਦੋਂ ਅਸੀਂ ਪੂਜਾ ਕਰਨੀ ਹੁੰਦੀ ਬਸ। ਅਤੇ ਰਾਮਗੜੀਆ ਜੱਸਾ ਸਿੰਘ ਰਾਮਗੜੀਏ ਦਾ ਨਾ ਜਨਮ ਅਤੇ ਨਾ ਉਹਦੀ ਸ਼ਹੀਦੀ ਸਾਨੂੰ ਕੋਈ ਪਤਾ ਹੀ ਨਹੀਂ ਹੋਣੀ, ਵੀ ਉਹ ਵੀ ਤਾਂ ਰਾਮਗੜੀਏ ਸੀ। ਅਸੀਂ ਕਦੇ ਯਾਦ ਹੀ ਕੋਈ ਨਹੀਂ ਕੀਤਾ। ਤਖ਼ਤ 'ਤੇ ਤਾਉਸ ਉਹਦਾ ਭੰਨ ਕੇ ਲਿਆਉਣ ਵਾਲਾ ਜੱਸਾ ਸਿੰਘ ਰਾਮਗੜੀਏ। ਇਤਿਹਾਸ ਦੇ ਵਿੱਚੋਂ ਕਿੱਡਾ ਯੋਗਦਾਨ ਹੈ ਉਹਦਾ, ਐਡਾ ਮਹਾਨ। ਸਾਨੂੰ ਆਪਣੇ ਆਪ ਦੇ ਵਿੱਚ ਹੀ ਮਾਣ ਹੋ ਜਾਂਦਾ। ਅਤੇ ਕਿਸੇ ਘਰ ਦੇ ਵਿੱਚ ਪੁੱਛਿਓ ਕਦੇ ਵੀ ਜੱਸਾ ਸਿੰਘ ਰਾਮਗੜੀਏ ਸੁਣਾਇਆ ਹੋਵੇ ਅਸੀਂ, ਖਾਸ ਕਰਕੇ ਮੰਨ ਲਓ ਤਰਖਾਣ ਵੀਰ ਹੀ ਸੋਚ ਲੈਣ ਵੀ ਬੱਚਿਆਂ ਨੂੰ ਅਸੀਂ ਜੱਸਾ ਸਿੰਘ ਰਾਮਗੜੀਏ, ਇਤਿਹਾਸ ਤਾਂ ਰਹਿੰਦਾ ਸਾਂਝਾ ਹੈ, ਪਰ ਅਸੀਂ ਕਿਉਂ ਮੰਨੀਏ ਕਿਸੇ ਨੂੰ ਜਿਹਦੇ ਨਾਲ ਸਾਡਾ ਸੰਬੰਧ ਨਹੀਂ ਹੈ? ਅਸੀਂ ਉਹਨਾਂ ਨੂੰ ਮੰਨੀਏ ਜਿਨ੍ਹਾਂ ਨਾਲ ਸਾਡਾ ਸੰਬੰਧ ਹੈ, ਜਿਹੜੇ ਸਾਡੇ ਲਈ ਕੁਰਬਾਨੀਆਂ ਦੇ ਕੇ ਗਏ ਹੈ। ਐਦੂ ਵੱਡੇ ਦੇਵਤੇ ਹੋ ਸਕਦੇ ਆ ਕੋਈ? ਜੱਸਾ ਸਿੰਘ ਰਾਮਗੜੀਏ ਵਰਗੇ ਦੇਵਤੇ ਕਦੇ ਵੀ ਨਹੀਂ ਹੋ ਸਕਦੇ, ਐਡੇ ਮਹਾਨ ਯੋਧੇ। ਇਤਿਹਾਸ ਦੇ ਵਿੱਚ ਜਦੋਂ ਤੁਸੀਂ ਪੜ੍ਹਦੇ ਆ ਨਾ, ਮੱਸੇ ਰੰਗੜ ਦਾ ਸਿਰ ਲਾਉਣ ਵਾਲਾ, ਇੱਕੋ ਝਟਕੇ ਦੇ ਵਿੱਚ ਮੱਸੇ ਰੰਗੜ ਦਾ ਸਿਰ ਲਾਉਣ ਵਾਲਾ ਭਾਈ ਸੁੱਖਾ ਸਿੰਘ ਰਾਮਗੜੀਆ ਹੈ।
ਮੰਨ ਲਓ ਤਰਖਾਣ ਵੀਰ ਹੈ ਉਹ ਭਾਈ ਸੁੱਖਾ ਸਿੰਘ, ਤੇ ਤੁਸੀਂ ਵੇਖੋ ਕਿੱਡੀ ਮਹਾਨਤਾ ਹੈ ਸਿੱਖ ਇਤਿਹਾਸ ਦੇ ਵਿੱਚ, ਉਹਦੀ ਕਿੱਡਾ ਯੋਗਦਾਨ ਹੈ ਸਿੱਖ ਇਤਿਹਾਸ ਦੇ ਵਿੱਚ। ਅਸੀਂ ਯਾਦ ਹੀ ਕੋਈ ਨਹੀਂ ਕੀਤਾ, ਸਾਨੂੰ ਪਤਾ ਹੀ ਕੋਈ ਨਹੀਂ ਹੈ। ਮੰਨ ਲਓ ਇਹੋ ਜਿਹੇ ਪਰਿਵਾਰ ਵਿੱਚ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਜੀਵਨੀ ਦੇ ਵਿੱਚ ਭਾਈ ਲਾਲੋ ਨੂੰ 2 ਵਾਰ ਮਿਲਦੇ ਆ, 2 ਵਾਰ, ਤੇ ਖੁਦ ਚੱਲ ਕੇ ਗਏ ਆ। ਐਮਨਾਬਾਦ ਦੀ ਧਰਤੀ ਜਿਹਨੂੰ ਸੈਦਪੁਰ ਵੀ ਕਹਿੰਦੇ, ਜਦੋਂ ਗੁਰੂ ਨਾਨਕ ਸਾਹਿਬ ਗਏ ਆ ਪਹਿਲੀ ਵਾਰ, ਤੇ ਭਾਈ ਲਾਲੋ ਦੇ ਘਰ ਜਦੋਂ ਗਏ ਆ, ਭਾਈ ਲਾਲੋ ਮੰਨ ਲਓ ਘਰੇ ਕੰਮ ਕਰ ਰਿਹਾ, ਤਰਖਾਣ ਹੈ ਉਹ, ਮੰਨ ਲਓ ਵੀ ਤਾਂ ਘੜਨ ਦਾ ਕੰਮ ਕਰਦਾ, ਕੋਈ ਵੀ ਕਰ ਰਿਹਾ, ਤੇ ਘਰੇ ਕੰਮ ਕਰ ਰਿਹਾ, ਕਿਰਤ ਕਰ ਰਿਹਾ। ਕਦੇ ਯਾਦ ਕੀਤਾ ਸੀ ਵੀ ਭਾਈ ਲਾਲੋ ਕਿੰਨਾ ਪਰਿਵਾਰਾਂ ਦੇ ਵਿੱਚੋਂ, ਕਿਰਤੀ ਸਿੱਖਾਂ ਦੇ ਵਿੱਚੋਂ ਆ? ਅਸੀਂ ਤਾਂ ਕੋਈ ਯਾਦ ਹੀ ਨਹੀਂ ਕੀਤਾ। ਵਿਸ਼ਵਕਰਮਾ ਦੀਆਂ ਫੋਟੋਆਂ ਅਸੀਂ ਵੱਡੀਆਂ, ਦੁਕਾਨ ਹੋਵੇ ਭਾਵੇਂ ਘਰ ਹੋਵੇ, ਲਾਏ ਹੁੰਦੇ, ਇਹ ਸਾਡਾ ਹੋਇਆ ਜੀ। ਭਾਈ ਲਾਲੋ ਨੂੰ ਕਦੇ ਯਾਦ ਹੀ ਨਹੀਂ ਕੀਤਾ ਸੀ ਵੀ ਆਪਾਂ ਵਾਰਸ ਉਹਦੇ ਆ, ਉਹਦੀ ਫੁਲਵਾੜੀ ਚੋਂ ਆ। ਕੋਈ ਨਹੀਂ ਯਾਦ ਕਰਦਾ। ਐਡੀ ਮਹਾਨਤਾ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਬੋਧਨ ਕਰਕੇ ਭਾਈ ਲਾਲੋ ਨੂੰ ਗੁਰਬਾਣੀ ਸਰੂਪ ਬਣਾ ਲਿਆ। ਗੁਰਬਾਣੀ ਸਰੂਪ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ, ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ, ਧਾਇਆ ਜ਼ੋਰੀ ਮੰਗੈ ਦਾਨ, ਵੇ ਲਾਲੋ। ਗੁਰਬਾਣੀ ਸਰੂਪ ਬਣਾ ਲਿਆ ਗੁਰੂ ਨਾਨਕ ਸਾਹਿਬ ਨੂੰ। ਆਹ ਮਹਾਨਤਾ ਹੈ ਭਾਈ ਲਾਲੋ ਦੇ ਇਤਿਹਾਸ ਦੇ ਵਿੱਚ। ਅਸੀਂ ਪੜ੍ਹਿਆ ਕੋਈ ਨਹੀਂ, ਵਿਚਾਰਿਆ ਕੋਈ ਨਹੀਂ। ਇਸ ਲਈ ਕੋਸ਼ਿਸ਼ ਕਰੀਏ ਬਾਕੀ ਦੀਆਂ ਜਿੰਨੀਆਂ ਸ਼ਕਤੀਆਂ ਨੂੰ ਅਸੀਂ ਮੰਨਦੇ ਹਾਂ ਆਪਣੇ ਦਿਲਾਂ ਵਿੱਚੋਂ, ਆਪਣੇ ਮਨਾਂ ਵਿੱਚੋਂ ਡਿਲੀਟ ਕਰ ਦਈਏ। ਸਾਨੂੰ ਕਿਸੇ ਦੀ ਲੋੜ ਨਹੀਂ ਹੈ। ਕੋਈ ਮਨਾਉਂਦਾ ਮਨਾਈ ਜਾਵੇ, ਕੋਈ ਮਨਾਉਂਦਾ ਮਨਾਵੇ, ਵਿਸ਼ਵਕਰਮਾ ਡੇ ਮਨਾਵੇ, ਵੱਡੇ ਪੱਧਰ 'ਤੇ ਮਨਾਵੇ ਕੋਈ, ਪਰ ਗੁਰੂ ਨਾਨਕ ਦਾ ਸਿੱਖ ਨਹੀਂ ਬਣਾ ਸਕਦਾ। ਗੁਰੂ ਨਾਨਕ ਸਾਹਿਬ ਦੇ ਸਿੱਖ ਦਾ ਸੰਬੰਧ ਹੀ ਕੋਈ ਨਹੀਂ ਇੱਕ ਓਂਕਾਰ ਤੋਂ ਬਿਨਾਂ, ਇੱਕ ਨਿਰੰਕਾਰ ਤੋਂ ਬਿਨਾਂ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਵੱਖਰੇ ਪੈਂਡੇ ਵਿਖਾਏ ਹੈ, ਜਿਨ੍ਹਾਂ ਨੇ ਗੁਰਬਾਣੀ ਦੇ ਰਾਹੀਂ ਸਿੱਖ ਨੂੰ ਇਤਿਹਾਸ ਮੰਨ ਲਓ ਵੀ ਅਹਿਸਾਸ ਕਰਾਇਆ ਇਸ ਗੱਲ ਦਾ ਵੀ ਕੋਈ ਇੱਕ ਮਾਲਕ ਹੈ ਜਿਹਦੇ ਬਿਨਾਂ ਕੋਈ ਦੂਜਾ ਨਹੀਂ ਹੈ। ਅਸੀਂ ਕਿਉਂ ਫਿਰ ਕਿਸੇ ਨੂੰ ਮੰਨੀਏ? ਜੇ ਗੁਰੂ ਨਾਨਕ ਦੇ ਵਾਰਸ ਖਵਾਉਂਦੇ ਹਾਂ ਤਾਂ ਸਾਨੂੰ ਇਹਨਾਂ ਗੱਲਾਂ ਨੂੰ ਮੰਨਣਾ ਪੈਣਾ ਹੈ, ਤਾਂ ਹੀ ਸਾਡਾ ਭਲਾ ਹੋ ਸਕਦਾ ਹੈ। ਜਾ ਕਰਤਾ ਸਿਰ ਠੀਕੋ ਸਾਜੇ, ਆਪੀ ਜਾਣੈ ਸੋਈ। ਤੇ ਆਪਾਂ ਬੋਲ ਪੜ੍ਹਦੇ ਸਾਹ ਸਤਿਗੁਰ ਦੀ ਪਾਵਨ ਬਾਣੀ ਦੇ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਓ, ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ, ਕਰ ਆਸਣ ਡਿਠੋ ਚਾਓ। ਇਸ ਲਈ ਕੋਸ਼ਿਸ਼ ਕਰੀਏ ਸਿਰਫ ਇੱਕੋ ਮਾਲਕ ਦੇ ਹੋ ਜਾਈਏ, ਜਿਹੜੇ ਨੇ ਸ੍ਰਿਸ਼ਟੀ ਸਾਜੀ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਜਿਹੜਾ ਨਾਸ਼ ਕਰਨ ਵਾਲਾ ਹੈ, ਜਿਹੜਾ ਪਾਲਣਹਾਰ ਹੈ, ਸਿਰਫ ਉਹਦੇ ਹੋ ਜਾਈਏ ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਸੋ ਕੋਸ਼ਿਸ਼ ਕਰੀਏ ਸਿਰਫ ਗੁਰਬਾਣੀ ਆਧਾਰ ਬਣਾ ਕੇ ਜਿਉਣ ਦੀ ਕੋਸ਼ਿਸ਼ ਕਰੀਏ। ਗੁਰੂ ਨਾਨਕ ਸਾਹਿਬ ਦੇ ਸੱਚੇ ਵਾਰਸ ਹੋਣ ਦਾ ਅਸੀਂ ਖਿਤਾਬ ਲਈਏ। ਭੁੱਲਾਂ ਚੁੱਕਾਂ ਦੀ ਖਿਮਾ। ਸਰਬੱਤ ਸੰਗਤਾਂ ਦਾ ਧੰਨਵਾਦ। ਇਤਨੇ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ ਜੀ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।